ਪਰਦੇਦਾਰ ਔਰਤ ਦੇ ਬਾਰੇ ਇਸਲਾਮ ਦੱਸ ਰਿਹਾ ਕਿ ਪਰਦੇ ਦੇ ਵਿੱਚ ਤੁਹਾਨੂੰ ਅਹਿਮੀਅਤ ਕਿੰਨੀ ਦਿੱਤੀ ਜਾ ਰਹੀ ਹੈ। ਔਰਤਾਂ ਨੂੰ ਇਹ ਫੀਲ ਹੋ ਰਿਹਾ ਕਿ ਇਸਲਾਮ ਸਾਡੇ ਤੇ ਪਾਬੰਦੀਆਂ ਲਾਉਂਦਾ ਹੈ। ਇਹਨੇ ਇਸਲਾਮ ਪ੍ਰਮੋਟ ਕਿੰਨਾ ਕਰ ਰਿਹਾ। ਇਸਲਾਮ ਨੇ ਤਾਂ ਤੁਹਾਨੂੰ ਕਹਿ ਦਿੱਤਾ ਕਿ ਤੁਸੀਂ ਪਰਦਾ ਕਰੋ। ਹਯਾ ਈਮਾਨ ਸੇ ਹੈ। ਪਰਦਾਦਾਰ ਔਰਤ ਜਿਹੜੀ ਹੈ ਉਹਦਾ ਮੁਕਾਮ ਇੰਨਾ ਹੈ, ਮਰਤਬਾ ਇੰਨਾ ਹੈ ਕਿ ਤੁਸੀਂ ਸ਼ਹੀਦ ਦੇ ਖੂਨ ਦੇ ਨਾਲੋਂ ਵੀ ਅਫਜ਼ਲ ਕਰਾਰ ਦਿੱਤਾ ਗਿਆ ਪਰਦੇ ਨੂੰ। ਇਹ ਚੀਜ਼ਾਂ ਸਾਡੇ ਜ਼ਿਹਨ 'ਚ ਬਿਠਾਈਆਂ ਜਾਣੀਆਂ ਚਾਹੀਦੀਆਂ ਨੇ ਕਿ ਇਹ ਚੀਜ਼ਾਂ ਇਸ ਤਰ੍ਹਾਂ ਨਹੀਂ ਹੈ ਕਿ ਤੁਹਾਨੂੰ ਐਵੇਂ ਛੱਡ ਦਿੱਤਾ ਕਿ ਤੁਸੀਂ ਆਜ਼ਾਦ ਫਿਰੋ, ਜੋ ਚਾਹੇ ਤੁਹਾਡੇ ਮਨ 'ਚ ਉਹ ਹੀ ਤੁਸੀਂ ਕਰੋ। ਇਹ ਸਾਰੀਆਂ ਚੀਜ਼ਾਂ ਦੀਨ ਇਸਲਾਮ ਵਿੱਚ ਨਹੀਂ ਹੈ। ਔਰ ਉਹਦੀ ਸਭ ਤੋਂ ਵੱਡੀ ਇੱਜ਼ਤ, ਸਭ ਤੋਂ ਵੱਡੀ ਰਿਸਪੈਕਟ, ਸਭ ਤੋਂ ਜ਼ਿਆਦਾ ਔਨਰ ਜਿਹੜੀ ਹੈ ਉਹ ਫਿਰ ਤੁਹਾਨੂੰ ਹੀ ਦਿੱਤੀ ਜਾ ਰਹੀ ਹੈ ਕਿ ਔਰਤ ਦਾ ਮੁਕਾਮ ਕੀ ਹੈ। ਛੁਪਾਉਣ ਵਾਲੀ ਚੀਜ਼ ਹੈ, ਇਹ ਖਜ਼ਾਨਾ ਹੈ। ਇਹ ਕੋਈ ਆਮ ਚੀਜ਼ ਨਹੀਂ ਕਿ ਐਵੇਂ ਰੁਲਦੀ ਫਿਰੇ ਕਿਧਰੇ ਗਲੀਆਂ ਬਾਜ਼ਾਰਾਂ 'ਚ ਨੁਮਾਇਸ਼ਾਂ ਐਵੇਂ ਆਪਣੀਆਂ ਕਰਦੀ ਫਿਰੇ। ਇਹ ਔਰਤ ਦੀ ਇਹ ਜ਼ੀਨਤ ਨਹੀਂ ਹੈ, ਇਹ ਮੁਕਾਮ ਨਹੀਂ ਹੈ, ਔਰਤ ਦਾ ਇਹ ਮਰਤਬਾ ਨਹੀਂ ਹੈ। ਦੀਨ ਤੁਹਾਨੂੰ ਇਸ ਚੀਜ਼ ਤੋਂ ਦੱਸਦਾ ਹੈ, ਉਹ ਤੁਹਾਨੂੰ ਪਾਬੰਦੀਆਂ ਲਾਉਂਦਾ, ਮਨਾ ਕਰਦਾ ਕਿ ਇਹ ਤੁਹਾਡੇ ਮੁਕੱਦਸ ਇੱਕ ਰਿਸ਼ਤੇ ਨੇ, ਇਹਦੇ 'ਚ ਫਰਕ ਹੈ। ਨਹੀਂ ਤੇ ਤੁਹਾਡੇ 'ਚ ਤੇ ਜਾਨਵਰ 'ਚ ਕੋਈ ਫਰਕ ਨਹੀਂ। ਅਗਰ ਤੁਸੀਂ ਸਾਰੇ ਰਿਸ਼ਤਿਆਂ ਨੂੰ ਇੱਕ ਬਰਾਬਰ ਹੀ ਚੀਜ਼ਾਂ ਨੂੰ ਇਸਤੇਮਾਲ ਕਰੋ ਤੇ ਜਿਹੜੇ ਕਿ ਤੁਸੀਂ ਸਮਝ ਲਓ ਕਿ ਦਮਾਦ ਨੂੰ ਨੂੰਹ ਦਾ ਨਹੀਂ ਖਿਆਲ ਆ ਰਿਹਾ, ਭਾਬੀ ਨੂੰ ਦੇਵਰ ਦਾ ਨਹੀਂ ਆ ਰਿਹਾ, ਜੇਠ ਦਾ ਨਹੀਂ ਆ ਰਿਹਾ, ਜੇਠ ਨੂੰ ਭਾਬੀ ਦੇ ਮੁਕੱਦਸ ਦਾ ਨਹੀਂ ਪਤਾ ਕਿ ਇਹ ਮਾਂ ਦੇ ਬਰਾਬਰ ਹੈ, ਉਹ ਇਹਨਾਂ ਚੀਜ਼ਾਂ ਨੂੰ ਤੁਸੀਂ ਇੰਪਲੀਮੈਂਟ ਕਰਦੇ ਹੋ, ਉਹ ਹੀ ਤੁਸੀਂ ਚੀਜ਼ਾਂ ਉਹਨਾਂ ਦੇ ਵਿੱਚ ਚਲਾ ਰਹੇ ਹੋ ਕਿ ਰਿਸ਼ਤਿਆਂ ਦੀ ਕੋਈ ਕਦਰ ਨਹੀਂ। ਤੇ ਉਹ ਤੁਹਾਡੇ ਤੇ ਫਿਰ ਜਾਨਵਰ 'ਚ ਵੀ ਕੋਈ ਫਰਕ ਨਹੀਂ। ਅਗਰ ਤੁਸੀਂ ਅਸਲੀਅਤ ਨਹੀਂ ਰੱਖਦੇ ਕਿ ਭਾਬੀ ਤੇ ਮਾਂ ਬਜਾਏ ਸਾਡੀ ਤੇ ਮਤਲਬ ਕੋਈ ਵੀ ਦਰਾਣੀਆਂ ਜਠਾਣੀਆਂ ਦੀ ਕਦਰ ਨਹੀਂ ਇੱਕ ਦੂਸਰੇ ਨੂੰ, ਠੀਕ ਹੈ। ਤੇ ਬਾਪ ਨੂੰ ਬੇਟੀ ਦੀ ਕਦਰ ਹੋਣੀ ਚਾਹੀਦੀ ਹੈ, ਬੇਟੀ ਨੂੰ ਬਾਪ ਦੀ ਇੱਕ ਅਹਿਮੀਅਤ ਦਾ ਪਤਾ ਹੋਣਾ ਚਾਹੀਦਾ। ਹਯਾ ਦੇ ਰਿਸ਼ਤੇ ਦੇ ਨੇ ਸਾਰੇ ਦੇ ਸਾਰੇ ਸਾਨੂੰ ਦੀਨ ਇਸਲਾਮ ਦੱਸਦਾ ਹੈ। ਔਰ ਇਹ ਤੁਹਾਡੇ ਵਾਸਤੇ ਖੁਸ਼ਬਖਤੀ ਹੈ, ਤੁਹਾਡੀ ਖੁਸ਼ਕਿਸਮਤੀ ਹੈ ਕਿ ਤੁਹਾਨੂੰ ਦੀਨ ਦੇ ਚੀਜ਼ਾਂ ਦੇ ਵਿੱਚ ਤੁਹਾਨੂੰ ਸ਼ਊਰ ਆਇਆ, ਅਕਲ ਆਈ ਹੈ। ਨਹੀਂ ਤੇ ਤੁਸੀਂ ਤੇ ਰਿਸ਼ਤਿਆਂ ਨੂੰ ਪਮਾਲ ਕਰ ਦਿੰਦੇ, ਤੁਸੀਂ ਤੇ ਰਿਸ਼ਤਿਆਂ ਦਾ ਤਕੱਦੁਸ ਜਿਹੜਾ ਹੈ ਨਾ ਉਹਨੂੰ ਪਮਾਲ ਕਰ ਦਿੰਦੇ, ਤੁਹਾਨੂੰ ਰਿਸ਼ਤਿਆਂ ਦੀ ਕੋਈ ਕਦਰ ਨਹੀਂ ਸੀ ਹੋਣੀ। ਦੀਨ ਇਸਲਾਮ ਤੁਹਾਨੂੰ ਸਾਰੇ ਰਿਸ਼ਤਿਆਂ ਦੀ ਕਦਰ ਦੱਸੇਗਾ, ਰਿਸ਼ਤਿਆਂ ਦੇ ਮਰਤਬੇ ਦੱਸੇਗਾ, ਫਿਰ ਤੁਹਾਨੂੰ ਇੱਕ ਦੂਸਰੇ ਦੀ ਰਿਸਪੈਕਟ ਦਾ ਦੱਸੇਗਾ, ਤੁਹਾਨੂੰ ਹਯਾ ਦਾ ਦੱਸੇਗਾ, ਤੁਹਾਨੂੰ ਪਰਦੇ ਦਾ ਦੱਸੇਗਾ। ਇਹ ਸਿਰਫ ਦੀਨ ਹੀ ਹੈ ਕਿ ਜਿਹੜੀ ਤੁਹਾਡੀ ਇੱਜ਼ਤ ਨੂੰ, ਮਰਤਬੇ ਨੂੰ, ਮੁਕਾਮ ਨੂੰ ਲੋਕਾਂ ਦੀ ਨਜ਼ਰ 'ਚ ਬਿਹਤਰੀਨ ਕਰਕੇ ਪੇਸ਼ ਕਰ ਰਿਹਾ ਸਿਰਫ ਦੀਨ ਇਸਲਾਮ। ਅਗਰ ਨਹੀਂ ਤਾਂ ਤੁਸੀਂ ਆਪਣੀ ਮਰਜ਼ੀ ਨਾਲ ਜੋ ਚਾਹੇ ਕਰ ਰਹੇ ਹੋ ਤੁਸੀਂ ਕਰੋ। ਤੁਹਾਨੂੰ ਕਰਨ ਤੇ ਅਗਰ ਤੁਸੀਂ ਕਹਿੰਦੇ ਹੋ ਕਿ ਮੇਰਾ ਜਿਸਮ ਮੇਰੀ ਮਰਜ਼ੀ, ਤੇ ਫਿਰ ਤੁਹਾਡਾ ਜਿਸਮ ਤੁਹਾਡੀ ਮਰਜ਼ੀ। ਅਗਰ ਤੁਹਾਡਾ ਕਨਸੈਪਟ ਹੀ ਇਹ ਜ਼ਿਹਨ 'ਚ ਆ ਗਿਆ ਤੇ ਤੁਸੀਂ ਉਹਦੇ ਮੁਤਾਬਿਕ ਹੋਵੋ ਜ਼ਲੀਲ। ਦੁਨੀਆ ਤੇ ਤੁਸੀਂ ਜ਼ਲਾਲਤ ਆਪਣੇ ਮੁਕੱਦਰਾਂ 'ਚ ਅਗਰ ਕਰਨੀ ਹੈ ਤਾਂ ਉਹਨੂੰ ਕੌਣ ਰੋਕ ਸਕਦਾ। ਫਿਰ ਅਗਰ ਤੁਸੀਂ ਸਮਝਦੇ ਹੋ ਕਿ ਮੇਰਾ ਜਿਸਮ ਮੇਰੀ ਮਰਜ਼ੀ ਨਹੀਂ, ਜਿਸਮ ਹੀ ਮੇਰਾ ਨਹੀਂ, ਮਰਜ਼ੀ ਵੀ ਅੱਲਾ ਦੀ ਹੈ ਤੇ ਜਿਸਮ ਵੀ ਅੱਲਾ ਦੀ ਜ਼ਾਤ ਹੈ, ਤੇ ਫਿਰ ਤੁਸੀਂ ਕਹੋ ਤੇ ਇਹਦੇ ਤੇ ਜਿਹੜੇ ਹੁਕਮ ਨੇ ਲਾਗੂ ਹੋਏ ਨੇ, ਇਹਦੇ ਤੇ ਜਿਹੜੇ ਅਹਿਕਾਮਾਤ ਨੇ ਉਹ ਵੀ ਅੱਲਾ ਦੀ ਜ਼ਾਤ ਦੇ ਨੇ। ਜੋ ਅੱਲਾ ਦੀ ਜ਼ਾਤ ਨੇ ਕਹਿ ਦਿੱਤਾ ਅਸਾਂ ਉਹ ਹੀ ਕਰਨਾ, ਅਸਾਂ ਉਸ ਤੋਂ ਹਟ ਕੇ ਨਹੀਂ ਕਰਨਾ। ਅਸੀਂ ਸਮਝਦੇ ਹਾਂ ਕਿ ਪਹਿਲੋਂ ਇਹ ਜਿਹੜਾ ਪਰਦਾ ਹੈ ਨਾ ਉਹ ਮਰਦ ਦੀ ਵੀ ਅੱਖ ਦਾ ਹੋਣਾ ਚਾਹੀਦਾ। ਵਾਸਫ ਅਲੀ ਵਾਸਫ ਸਾਹਿਬ ਦਾ ਮੈਨੂੰ ਫਿਕਰਾ ਯਾਦ ਆ ਰਿਹਾ ਹੈ ਕਿ ਨਿਗਾਹ का आदल वो है जिसको दूसरे की बेटी में अपनी बेटी नज़र आए। मतलब कि तुसी फिर खुद एक, मैं अगर किसी ओहदे ते बैठा हाँ तो मैनू पता होना चाहिए कि किसी की बेटी आ रही है, कोई मुलाजमत करन आ रही है, किसी की सिस्टर आ रही है, किसी की माँ आ रही है, तो मैनू खुद पहलों खया मेरे च होनी चाहिए कि मैनू पता है कि वो किसी मजबूरी तो अगर आ ही गई है तो मैं उहदी नाल अपना ज़हन माइंड साफ रखा, मैं इन्हों बुरी नज़र ना वेखा, या मैं इन्हों मजबूर ना करा, इन्हों की रिस्पैक्ट करा, इन्हों की इज्जत करा। कि मजबूरियां भी कोई चीज़ होंदियां ने। अगर कोई मजबूरी के तहत कोई तुहाडे कोल मुलाजम आ गया है तो वो किसी की सिस्टर है, किसी की माँ है, किसी की बीवी है, तो तुहाडा ख्याल की होना चाहिए, तुहाडा नज़रिया की होना चाहिए कि तुहाडे ज़हन के मुताबिक भी होना चाहिए कि तुहानू उस बेटी चो अपनी बेटी नज़र आवे, तुहानू उस माँ चो अपनी माँ नज़र आवे। तो ये चीज़ां जिहड़ियां ने तुहाडे ज़हन च आनियां चाहिए ने, ख्याल होना चाहिए सानू, तो फिर मुआशरा परवान चढ़दा है। बिल्कुल निगाह तो वेखो तुहाडी पहलों तुहाडा परदा ते तुहाडा, तुसां पहलों खुद अपनी नज़र नूं झुकाना है तो फिर उस चीज़ की कदर होनी है ना। जो तुसी
ਤੁਹਾਨੂੰ ਇਹਨਾਂ ਚੀਜ਼ਾਂ ਦੀ, ਰਿਸ਼ਤਿਆਂ ਦੀ ਕਦਰ ਹੀ ਕੋਈ ਨਹੀਂ। ਤੁਹਾਡਾ ਬਸ ਮਾਈਂਡਸੈਟ ਹੀ ਇਸ ਤਰ੍ਹਾਂ ਦਾ ਬਣਿਆ ਕਿ ਕਿਸੇ ਚੀਜ਼ ਨੂੰ ਅਗਰ ਕੋਈ ਮਜਬੂਰੀ ਦੇ ਤਹਿਤ ਵੀ ਆ ਗਿਆ ਤਾਂ ਤੁਹਾਂ ਉਹਨੂੰ ਯੂਜ਼ ਹੀ ਕਰਨਾ ਹੈ। ਅਗਰ ਤੁਹਾਡਾ ਮਾਈਂਡ ਹੀ ਯੂਜ਼ ਕਿਸੇ ਨੂੰ ਕਰਨ ਵਾਲਾ ਤਾਂ ਫਿਰ ਤੁਸੀਂ ਵੇਖ ਲਵੋ, ਔਰ ਦੁਨੀਆ ਔਰ ਆਖਰਤ ਦੀ ਸਾਰੀ ਬੁਰਾਈ ਸਮਝ ਲਵੋ ਕਿ ਖੈਰ ਨਹੀਂ ਤੁਹਾਡੇ ਕੋਲ ਫਿਰ ਆ ਸਕਦੀ। ਫਿਰ ਦੁਨੀਆ ਤੇ ਵੀ ਤੁਹਾਡੇ ਵਾਸਤੇ ਬੁਰਾਈ ਹੈ, ਤੇ ਅੱਗੇ ਜਾ ਕੇ ਵੀ ਜਹੰਨਮ ਹੀ ਹੈ ਤੁਹਾਡੇ ਵਾਸਤੇ, ਉਹ ਬੁਰਾਈ ਹੋਈ ਹੈ। ਅਗਰ ਤੁਸੀਂ ਕਿਸੇ ਔਰਤ ਦੀ, ਕਿਸੇ ਮਾਂ ਦੀ, ਕਿਸੇ ਬਹਿਨ ਦੀ, ਕਿਸੇ ਦੀ ਬੇਟੀ ਦਾ ਖਿਆਲ ਨਹੀਂ ਰੱਖ ਰਹੇ, ਉਹਦਾ ਇੱਜ਼ਤ ਨੂੰ ਪਮਾਲ ਕਰ ਰਹੇ ਹੋ, ਉਹਦੀ ਇੱਜ਼ਤ ਦੀ ਰਿਸਪੈਕਟ ਨਹੀਂ ਰੱਖ ਰਹੇ, ਤੇ ਫਿਰ ਤੁਸੀਂ ਆਪਣਾ ਜਿਹੜਾ ਟਿਕਾਣਾ ਹੈ ਉਹ ਜਹੰਨਮ ਹੀ ਸਿਲੈਕਟ ਕਰ ਰਹੇ ਹੋ। ਇੱਥੇ ਬਹਿ ਕੇ ਤੁਸੀਂ ਹੋਰ ਕੀ ਕਰ ਰਹੇ ਹੋ? ਤੁਸੀਂ ਇਹਦੇ ਵਿੱਚ ਕੋਈ ਇਹਦੇ 'ਚ ਦੋ ਰਾਏ ਨਹੀਂ ਕਿ ਤੁਸੀਂ ਸਾਰੇ ਕੰਮ ਕਰਕੇ ਵੀ ਸਾਰੀਆਂ ਦੀਨ ਇਸਲਾਮ ਦੀਆਂ ਹੱਦਾਂ ਵੀ ਨਹੀਂ ਵੇਖਣੀਆਂ, ਔਰ ਸਾਰਿਆਂ ਨੂੰ ਪਮਾਲ ਕਰਕੇ ਵੀ ਅਸੀਂ ਕਹਾਂਗੇ ਕਿ ਜੰਨਤ ਦਾ ਠੇਕਾ ਸਾਡੇ ਕੋਲ ਹੀ। ਤੇ ਗਲਤ। ਨਬੀ ਅਲੈਹਿ ਸਲਾਤੁ ਵਸਲਾਮ ਤੁਹਾਡੇ ਵਾਸਤੇ ਰਹਿਮਤ ਹੀ ਬਣਾ ਕੇ ਭੇਜੇ ਗਏ ਨੇ। ਹਰ ਗੱਲ ਦੇ ਵਿੱਚ ਹਿਕਮਤ ਹੈ, ਹਰ ਚੀਜ਼ ਦੇ ਵਿੱਚ ਹਿਕਮਤ ਹੈ। ਅਗਰ ਸਪੋਜ਼ ਵੇਖੋ ਨਾ, ਤੁਸੀਂ ਛੋਟੇ ਮੋਟੇ ਗੁਨਾਹ ਕਰਦੇ ਹੋ, ਅੱਲਾਹ ਤਾਲਾ ਦੀ ਜ਼ਾਤ ਕਹਿੰਦੀ ਮੈਂ ਦਰਗੁਜ਼ਰ ਕਰ ਰਿਹਾ, ਕੋਈ ਮਸਲਾ ਨਹੀਂ। ਲੇਕਿਨ ਕੁਝ ਐਸੀਆਂ ਚੀਜ਼ਾਂ ਨੇ, ਕੁਝ ਐਸੀਆਂ ਗਲਤੀਆਂ ਨੇ, ਕੁਝ ਐਸੇ ਗੁਨਾਹ ਨੇ ਇਨਸਾਨ ਦੇ ਕਿ ਜਿਹੜੇ ਅਗਰ ਉਹ ਕਰਦਾ ਤੇ ਉਹਦੀ ਤੁਹਾਨੂੰ ਇੱਥੇ ਵੀ ਸਜ਼ਾ ਮਿਲਣੀ ਹੈ ਤੇ ਅੱਗੇ ਵੀ ਮਿਲਣੀ ਹੈ ਹਦੀਸ ਮੁਬਾਰਕਾ ਦੇ ਮੁਤਾਬਿਕ। ਔਰ ਉਹਦੇ ਵਿੱਚ ਸਭ ਤੋਂ ਜਿਹੜਾ ਇੰਪੋਰਟੈਂਟ ਹੈ ਉਹ ਵੇ ਜ਼ਨਾ ਤੇ ਵਾਲਿदैन ਦੀ ਨਾਫਰਮਾਨੀ। ਇਹ ਦੋ ਚੀਜ਼ਾਂ ਐਸੀਆਂ ਨੇ ਜਿਹਦਾ ਤੁਹਾਨੂੰ ਤੁਹਾਡੀ ਜ਼ਾਤ ਨੂੰ ਇੱਥੇ ਸਜ਼ਾ ਮਿਲਣੀ ਹੈ, ਫਿਰ ਤੁਹਾਨੂੰ ਅੱਗੇ ਜਾ ਕੇ ਮਿਲਣੀ ਹੈ। ਤੇ ਜਿਹਨੂੰ ਇਸ ਗੱਲ ਦਾ ਖਿਆਲ ਆ ਜਾਏ, ਉਹ ਤੇ ਮੈਂ ਸਮਝਦਾ ਮੈਂ ਇੱਕ ਦਫਾ ਦੀ ਬਜਾਏ 10 ਦਫਾ ਦਿਹਾੜੀ 'ਚ ਤੋਬਾ ਕਰੇਗਾ ਔਰ ਅੱਲਾ ਦੀ ਜ਼ਾਤ को माफ़ी ਮੰਗੇਗਾ ਕਿ ਯਾ ਅੱਲਾ ਮੈਂ ਕਿਸੇ ਵੀ ਤਰੀਕੇ ਨਾਲ ਆਪਣੀ ਨਦਾਮਤ ਤੇ ਆਪਣੀ ਗਲਤੀਆਂ ਤੇ ਪਛੇਮਾਨ ਹੋਏਗਾ, ਸ਼ਰਮਿੰਦਾ ਹੋਏਗਾ। ਅੱਲਾਹ ਤਾਲਾ ਦੀ ਜ਼ਾਤ ਦੇ ਅੱਗੇ ਮਾफ़ੀ ਮੰਗੇਗਾ ਕਿ ਯਾ ਅੱਲਾ ਮੈਨੂੰ ਇਹੋ ਜਿਹੀਆਂ ਬੁਰਾਈਆਂ ਤੋਂ ਮਹਿਫੂਜ਼ ਰੱਖੀ। ਔਰ ਮਹਿਫੂਜ਼ ਰੱਖਣ ਵਾਲੀ ਜ਼ਾਤ ਕੌਣ ਹੈ? ਅੱਲਾ ਦੀ ਜ਼ਾਤ। ਅਗਰ ਤੁਹਾਨੂੰ ਕੋਈ ਗੁਨਾਹ ਕਰਨ ਦਾ ਵੀ ਮੌਕਾ ਨਹੀਂ ਮਿਲਿਆ ਤੇ ਇਹਦੇ ਤੇ ਵੀ ਤੁਸੀਂ ਇੱਕ ਦਫਾ ਨਹੀਂ 100 ਦਫਾ ਸ਼ੁਕਰ ਅਲਹਮਦੁਲਿਲਾ ਕਹੋ ਕਿ ਤੁਹਾਨੂੰ ਅੱਲਾ ਦੀ ਜ਼ਾਤ ਨੇ ਮੌਕਾ ਨਹੀਂ ਦਿੱਤਾ, ਤੁਹਾਨੂੰ ਅੱਲਾ ਦੀ ਜ਼ਾਤ ਨੇ ਬਚਾ ਕੇ ਰੱਖਿਆ। ਔਰ ਜ਼ਨਾ ਤੇ ਬਹੁਤ ਹੀ ਬੁਰੀ ਚੀਜ਼ ਹੈ, ਇਹ ਤੇ ਲਾਨਤ ਹੈ। ਮੈਂ ਸਮਝਦਾ ਵਾਂ ਕਿ ਇਨਸਾਨ ਦੇ ਉੱਤੇ ਸਮਝ ਲਓ ਇਹ ਤੇ ਨਸਲਾਂ ਦੀ ਨਸਲਾਂ ਤਬਾਹ ਤੁਸੀਂ ਕਰ ਵੀ ਰਹੇ ਹੋ, ਤੇ ਨਸਲਾਂ ਹੀ ਨਸਲਾਂ ਤਬਾਹ ਤੁਹਾਡੀਆਂ ਹੋਣੀਆਂ ਵੀ ਨੇ। ਮੁਕਾਫਾਤੇ ਅਮਲ ਹੈ, ਅਗਰ ਤੁਸੀਂ ਇਹ ਕੰਮ ਕਰਦੇ ਹੋ ਤੇ ਤੁਹਾਨੂੰ ਸਜ਼ਾ ਇੱਥੇ ਵੀ ਮਿਲਣੀ ਹੈ, ਅੱਗੇ ਜਾ ਕੇ ਵੀ ਮਿਲਣੀ ਹੈ। ਔਰ ਉਹ ਤੁਹਾਨੂੰ ਤੁਹਾਡੀ ਜ਼ਾਤ ਨੂੰ ਨਾ ਵੀ ਤੁਹਾਡੀ ਜ਼ਾਤ ਤੋਂ ਨਹੀਂ ਮਿਲ ਰਹੀ ਤੇ ਤੁਹਾਡੇ ਕਿਸੇ ਵੀ ਰਿਸ਼ਤੇ 'ਚ ਤੁਹਾਨੂੰ ਮਿਲੇਗੀ ਸਜ਼ਾ, ਤੁਹਾਨੂੰ ਮਿਲਣੀ। ਇਸ ਵਾਸਤੇ ਇਹਦੇ ਤੋਂ ਜਿੰਨੀ ਜਲਦੀ ਹੋ ਸਕਦਾ ਸਾਨੂੰ ਚਾਹੀਦਾ ਕਿ ਅਸੀਂ ਖਲੂਸੇ ਦਿਲ ਨਾਲ ਤੌਬਾ ਕਰੀਏ, ਅੱਲਾਹ ਤਾਲਾ ਦੀ ਜ਼ਾਤ ਅੱਗੇ ਮਾफ़ੀ ਮੰਗੀਏ ਔਰ ਅੱਲਾਹ ਤਾਲਾ ਕੋਲੋਂ ਇਹਦੀ ਮੁਸਲਸਲ ਮਾफ़ी ਮੰਗਦੇ ਰਹੀਏ ਔਰ ਅੱਲਾਹ ਤਾਲਾ ਦੀ ਜ਼ਾਤ ਕੋਲ ਇਸਤਕਾਮਤ ਮੰਗੀਏ ਕਿ ਯਾ ਅੱਲਾਹ ਸਾਨੂੰ ਖੈਰ ਦੇ ਉੱਤੇ ਸਾਬਤ ਕਦਮ ਰੱਖੀ, ਸਾਨੂੰ ਬੁਰਾਈ ਤੋਂ, ਸ਼ਰ ਤੋਂ ਮਹਿਫੂਜ਼ ਹੀ ਰੱਖੀ।